ਸੋ ਹੈਲੋ एवरीवन ਮੈਂ ਤੁਹਾਡਾ ਕਰਨ ਤੁਹਾਡਾ ਸਵਾਗਤ ਕਰਦਾ ਹਾਂ ਕਰਨਸ ਅਕੈਡਮੀ ਦੇ ਵਿੱਚ। ਸੋ ਅੱਜ ਅਸੀਂ ਵੇਖਾਂਗੇ ਕਿ ਸਬ ਇੰਸਪੈਕਟਰ ਪੰਜਾਬ ਪੁਲਿਸ TSS ਦਾ ਕੀ ਸਿਲੇਬਸ ਆ ਜੋ ਕਿ ਮੈਂ ਤੁਹਾਡਾ ਕੰਪਲੀਟ ਕਰਵਾਉਂਗਾ ਐਨੀ ਹਾਊ। ਠੀਕ ਹੈ। ਸੋ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡਾ ਜਿਹੜਾ ਐਗਜ਼ਾਮ ਹੈਗਾ ਉਹ ਹੈਗਾ ਵਾ ਸਤੰਬਰ 24 ਤੋਂ ਲੈ ਕੇ 29 ਤੱਕ। ਤਾਂ ਉਸ ਤੋਂ ਪਹਿਲਾਂ ਪਹਿਲਾਂ ਸਾਡੀ ਪੂਰੀ ਰਿਵੀਜ਼ਨ ਹੋ ਜਾਏਗੀ ਸੋ ਡੈਟ ਐਗਜ਼ਾਮ 'ਚ ਐਟਲੀਸਟ ਅੱਛੇ ਨੰਬਰਸ ਆ। ਠੀਕ ਹੈ। ਸੋ ਪਹਿਲਾਂ ਅਸੀਂ ਸਮਝਦੇ ਹਾਂ ਕਿ ਸਿਲੇਬਸ ਹੈ ਕੀ ਸਾਡਾ। ਸੋ ਸਿਲੇਬਸ ਵਿੱਚ ਸਾਡੇ ਕੋਲ ਟੋਟਲ 18 ਡੋਮੇਨਸ ਨੇ, ਜਿਵੇਂ ਇਨਫੋਰਮੇਸ਼ਨ ਟੈਕਨੋਲੋਜੀ ਸਰਵਿਸਿਜ਼ ਜਿਹਦੇ ਵਿੱਚ ਸਾਈਬਰ ਸਿਕਿਉਰਿਟੀ ਹੈ, ਦੈਨ ਜਿਓਗ੍ਰਾਫਿਕਲ ਇਨਫੋਰਮੇਸ਼ਨ ਸਿਸਟਮ ਹੈ, ਡੇਟਾ ਮਾਈਨਿੰਗ ਹੈ, OSNIT ਐਨਾਲਿਸਿਸ ਹੈ, ਨੈਟਵਰਕ ਮੈਨੇਜਮੈਂਟ ਹੈ, ਦੈਨ ਸਾਡੇ ਕੋਲ ਡੇਟਾ ਐਨਾਲਿਟਿਕਸ ਹੈ, ਵਾਇਰਲੈਸ ਐਂਡ ਟੈਲੀਕम्युनिकेशन है, वेबसाइट एडमिनिस्ट्रेशन है, कंप्यूटर डिजिटल फॉरेंसिक एनालिसिस है, सिस्टम एडमिनिस्ट्रेशन है, प्रोग्रामिंग एंड कोडिंग है, डेटाबेस एडमिनिस्ट्रेशन है, IT सपोर्ट है, साइबर क्राइम है। ਦੈਨ ਸਾਡੇ ਕੋਲ ਆਉਂਦਾ ਹੈ ਕਮਿਊਨਿਟੀ ਐਂਡ ਵਿਕਟਿਮ ਸਪੋਰਟ ਐਂਡ ਕਾਉਂਸਲਿੰਗ ਸਰਵਿਸਿਜ਼ ਜਿਹਦੇ ਵਿੱਚ ਸਾਡੇ ਕੋਲ ਆਉਂਦਾ ਹੈ ਕਮਿਊਨਿਟੀ ਐਂਡ ਵਿਕਟਿਮ ਸਪੋਰਟ, ਕਮਿਊਨਿਟੀ ਕਾਉਂਸਲਿੰਗ, ਦੈਨ ਫੋਰੈਂਸਿਕ ਐਨਾਲਿਸਿਸ, ਦੈਨ ਫੋਰੈਂਸਿਕ ਸਾਇੰਸ ਦੇ ਅੰਦਰ ਆਉਂਦਾ ਹੈ ਸਾਡੇ ਕੋਲ ਫੋਰੈਂਸਿਕ ਐਨਾਲਿਸਿਸ ਐਂਡ ਕੰਪਿਊਟਰ ਡਿਜੀਟਲ ਫੋਰੈਂਸਿਕ ਐਨਾਲਿਸਿਸ, ਐਂਡ ਲਾਸਟ ਸਿਲੇਬਸ ਆਉਂਦਾ ਸਾਡੇ ਕੋਲ ਹਿਊਮਨ ਰਿਸੋਰਸ ਮੈਨੇਜਮੈਂਟ। ਸੋ ਇਹ ਸਾਡੇ ਲਈ ਇੰਪੋਰਟੈਂਟ ਹੈ ਕਿ ਤੁਹਾਨੂੰ ਮੈਂ ਕਰਵਾਉਂਗਾ ਕੀ ਠੀਕ ਹੈ। ਤੁਹਾਨੂੰ ਓਬਵੀਅਸਲੀ ਮੈਂ ਤੁਹਾਨੂੰ ਫੋਰੈਂਸਿਕ ਸਾਇੰਸ ਨਹੀਂ ਕਰਵਾਉਂਗਾ, ਆਈ ਐਮ ਨਾਟ ਅ ਫੋਰੈਂਸਿਕ ਐਕਸਪਰਟ। ਨਾ ਹੀ ਤੁਹਾਨੂੰ ਮੈਂ ਹਿਊਮਨ ਰਿਸੋਰਸ ਮੈਨੇਜਮੈਂਟ ਕਰਵਾਉਂਗਾ, ਨਾ ਤੁਹਾਨੂੰ ਮੈਂ ਕਮਿਊਨਿਟੀ ਐਂਡ ਵਿਕਟਿਮ ਸਪੋਰਟ ਐਂਡ ਕਾਉਂਸਲਿੰਗ ਸਰਵਿਸਿਜ਼ ਕਰਵਾਉਂਗਾ। ਸੋ ਤੁਹਾਨੂੰ ਮੈਂ ਕਰਵਾਉਂਗਾ ਇਹਦੇ ਵਿੱਚ ਜੋ ਜ਼ਿਆਦਾ ਸਾਰੇ ਬੱਚਿਆਂ ਨੇ ਮੋਸਟਲੀ ਕੀਤਾ ਹੈ, ਜੋ ਵੋਟਸ ਆਈਆਂ ਸੀ ਮੇਰੇ ਕੋਲ ਲਾਸਟ ਟਾਈਮ, ਜਿਹਦੀਆਂ ਜ਼ਿਆਦੀਆਂ ਪੋਸਟਾਂ ਵੀ ਨੇ, ਸੋ ਮੈਂ ਤੁਹਾਨੂੰ ਉਹ ਟੀਚ ਕਰਵਾਉਂਗਾ। ਜਿਹਦੇ 'ਚ ਤੁਹਾਨੂੰ ਮੈਂ ਕਰਵਾਉਂਗਾ ਡੇਟਾ ਐਨਾਲਿਟਿਕਸ, ਵੈਰੀ ਈਜ਼ੀ, ਤੁਹਾਡਾ ਸਿਲੇਬਸ ਕੰਪਲੀਟ ਕਰਵਾਉਂਗਾ ਮੈਂ। ਦੈਨ ਉਸ ਤੋਂ ਬਾਅਦ ਇਹਦੇ ਵਿੱਚ ਤੁਹਾਨੂੰ ਮੈਂ ਕੰਪਲੀਟ ਕਰਵਾਉਂਗਾ ਪ੍ਰੋਗਰਾਮਿੰਗ ਐਂਡ ਕੋਡਿੰਗ, ਜਿਹਦੀਆਂ ਜ਼ਿਆਦਾ ਪੋਸਟਾਂ ਨੇ ਆਈ ਵਿਲ ਟਰਾਈ ਟੂ ਕੰਪਲੀਟ ਦੈਟ ਪਾਰਟ ਸੋ ਡੈਟ ਐਟਲੀਸਟ ਮੈਜੋਰਿਟੀ ਆਫ ਦਾ ਸਟੂਡੈਂਟਸ ਦਾ ਸਿਲੇਬਸ ਕੰਪਲੀਟ ਹੋ ਜਾਵੇ। ਠੀਕ ਹੈ। ਬਾਕੀ ਅਸੀਂ ਕਰਾਂਗੇ ਬਿਕੋਜ਼ ਪੇਪਰ ਤਾਂ ਆਉਂਦਾ ਹੀ ਰਹਿਣਾ। ਸੋ ਇਹ ਤੁਹਾਡਾ ਸਾਰੇ ਟੌਪਿਕਸ ਕਰਵਾਵਾਂਗੇ ਵਾਰੀ-ਵਾਰੀ। ਸੋ ਇੱਕ ਵਾਰੀ ਪਹਿਲਾਂ ਅਸੀਂ ਇਹਨਾਂ ਨੂੰ ਖਤਮ ਕਰ ਲੈਂਦੇ ਹਾਂ, ਪ੍ਰੋਗਰਾਮਿੰਗ ਐਂਡ ਕੋਡਿੰਗ ਨੂੰ ਅਤੇ ਡੇਟਾ ਐਨਾਲਿਟਿਕਸ ਨੂੰ। ਠੀਕ ਹੈ। ਸੋ ਲੈਟਸ ਗੋ ਟੂ ਦਾ ਡੇਟਾ ਐਨਾਲਿਟਿਕਸ ਸਿਲੇਬਸ। ਕਿ ਡੇਟਾ ਐਨਾਲਿਟਿਕਸ ਦਾ ਸਿਲੇਬਸ ਹੈ ਕੀ? ਡੇਟਾ ਐਨਾਲਿਟਿਕਸ। ਠੀਕ ਹੈ। ਸੋ ਇਹ ਸਾਡੇ ਕੋਲ ਹੈ ਡੇਟਾ ਐਨਾਲਿਟਿਕਸ ਦਾ ਸਿਲੇਬਸ। ਸੋ ਇਸ 'ਚ ਵੇਖਦੇ ਹਾਂ ਕੀ ਮੈਂ ਤੁਹਾਨੂੰ ਕਰਵਾਉਣਾ ਹੈ। ਪਹਿਲਾਂ ਮੈਂ ਤੁਹਾਨੂੰ ਕਰਵਾਉਂਗਾ ਡੇਟਾ ਮਾਡਲਿੰਗ ਕੀ ਹੁੰਦੀ ਆ। ਸੋ ਇਹ RDBMS ਦਾ ਸਬਜੈਕਟ ਹੈਗਾ ਹੈ, ਜਿਹਨੇ ਬੀਟੈਕ ਕੀਤੀ ਹੋਏਗੀ ਮੇ ਬੀ ਉਹ ਜਾਣਦੇ ਹੋਣ। ਡੇਟਾ ਮਾਡਲਿੰਗ ਦੇ ਵਿੱਚ ਸਾਡੇ ਕੋਲ ਡਿਜ਼ਾਈਨ ਸਕੀਮਾਸ ਹੁੰਦੇ ਨੇ। ਠੀਕ ਹੈ। ਜਿਵੇਂ ਕਨਸੈਪਚੁਅਲ ਸਕੀਮਾ ਕੀ ਹੁੰਦਾ ਹੈ, ਦੈਨ ਲੌਜੀਕਲ ਸਕੀਮਾ, ਫਿਜ਼ੀਕਲ ਸਕੀਮਾ, ਇਹ ਸਭ ਕੁਝ ਕਰਵਾਉਂਗਾ ਤੁਹਾਨੂੰ ਮੈਂ। ਨੋਰਮਲਾਈਜੇਸ਼ਨ ਐਂਡ ਡੀਨੋਰਮਲਾਈਜੇਸ਼ਨ, ਇਹਦੇ ਵਿੱਚ ਇਹਨਾਂ ਨੇ ਦੇਖੋ ਸਿੰਪਲ ਜਿਹਾ ਲਿਖਤਾ ਹੈ ਕਿ ਨੋਰਮਲਾਈਜੇਸ਼ਨ ਕੀ ਹੁੰਦਾ ਹੈ, ਲੇਕਿਨ ਐਕਚੁਅਲ 'ਚ ਨੋਰਮਲਾਈਜੇਸ਼ਨ ਬਹੁਤ ਵਾਸਟ ਸਬਜੈਕਟ ਆ। ਪੂਰਾ ਦਾ ਪੂਰਾ ਮੈਂ ਕਹਿੰਦਾ ਕਿ 2-3 ਚੈਪਟਰ ਦੇ ਦਿੱਤੇ ਹੁੰਦੇ ਨੇ, ਲੇਕਿਨ ਐਗਜ਼ਾਮਸ 'ਚ ਓਬਵੀਅਸਲੀ ਉਹ ਤੁਹਾਨੂੰ ਸਾਰਾ ਕੁਝ ਨਹੀਂ ਆਏਗਾ। ਤੁਹਾਨੂੰ ਸਿਰਫ ਇੰਪੋਰਟੈਂਟ ਕੀ ਫੈਕਟਰਸ ਪਤਾ ਹੋਣੇ ਚਾਹੀਦੇ ਨੇ ਜੋ ਤੁਹਾਡੀ ਹੈਲਪ ਕਰਨਗੇ। ਦੈਨ ਇਹਨਾਂ ਨੇ ਲਿਖਿਆ ਹੈ ਵਟ ਇਜ਼ ਅ ਪ੍ਰਾਇਮਰੀ ਕੀ ਐਂਡ ਵਟ ਇਜ਼ ਅ ਫੋਰਨ ਕੀ। ਠੀਕ ਹੈ। अब ऑब्वियसली है कि सिर्फ प्राइमरी की नहीं पूछेंगे, ये तो कोई पूछ सकते हैं कि प्राइमरी की गम आती कि यूनीक की होंगी है, कैंडिडेट की होंगी है, दैन डिफरेंट कंसट्रेंट्स की होंगे ने जो प्राइमरी की लागू होंगे ने, फॉरन की रिलेशन है। ठीक है। सब कुछ तुहानू पता होना चाहिए। दैन तुहानू आना चाहिए वट इज़ अ हैशिंग। हैशिंग कितने तरह की है, स्टैटिक है, डायनेमिक है, फिर विच चेनिंग की प्रॉब्लम आती है, उन्होंने कैमें असी ओवरकम करना है, सब कुछ आई विल टीच यू इन वेरी ईजी लैंग्वेज। ਦੈਨ ਸਾਡੇ ਕੋਲ ਆਉਂਦਾ ਹੈ ਹੈਰੈਰੀਕਲ ਵਰਸਿਸ ਰਿਲੇਸ਼ਨਲ ਡੇਟਾਬੇਸ। ਇਹ ਤੁਹਾਨੂੰ ਡਿਫਰੈਂਸ ਪਤਾ ਹੋਣਾ ਚਾਹੀਦਾ ਕਿ ਹੈਰੈਰੀਕਲ ਕੀ ਹੁੰਦਾ ਹੈ, ਰਿਲੇਸ਼ਨਲ ਕੀ ਹੁੰਦਾ ਹੈ। ਠੀਕ ਹੈ। ਫਿਰ ਸਾਡੇ ਕੋਲ ਆਉਂਦੀਆਂ ਸੀਕੁਅਲ ਕੁਐਰੀਜ਼। ਸੀਕੁਅਲ ਕੁਐਰੀਜ਼ 'ਚ ਵੇਖਾਂਗੇ ਬੇਸਿਕ ਸਿੰਟੈਕਸ ਕੀ ਹੁੰਦਾ ਹੈ, ਐਗਰੀਗੇਟ ਫੰਕਸ਼ਨਸ ਕਿਵੇਂ ਆਪਾਂ ਯੂਜ਼ ਕਰਨੇ ਨੇ ਗਰੁੱਪ ਬਾਏ ਮੈਥਡ ਦੇ ਨਾਲ। ਠੀਕ ਹੈ। ਐਡਵਾਂਸਡ ਕੁਐਰੀਜ਼ ਕਰਾਂਗੇ ਅਸੀਂ ਸਟ੍ਰਿੰਗ ਆਪਰੇਸ਼ਨਸ ਦੀਆਂ, ਕੰਪੈਰੀਜ਼ਨ ਦੀਆਂ, ਜੁਆਇੰਟਸ ਵੇਖਾਂਗੇ, ਨੈਸਟਡ ਕੁਐਰੀਜ਼ ਵੇਖਾਂਗੇ ਕਿ ਕੁਐਰੀ ਦੇ ਅੰਦਰ ਕੁਐਰੀ ਕਿਵੇਂ ਲੱਗਦੀ ਆ। ਫਿਰ ਅਸੀਂ ਵੇਖਾਂਗੇ ਕਿ ਕੁਐਰੀ ਦੀ ਪਰਫੋਰਮੈਂਸ ਨੂੰ ਇੰਪਰੂਵ ਕਰਨ ਦੇ ਲਈ ਅਸੀਂ ਇੰਡੈਕਸਿਸ ਕਿਵੇਂ ਯੂਜ਼ ਕਰਨੇ ਆ। ਦੈਨ ਐਕਸਲ, ਵੈਰੀ ਇੰਪੋਰਟੈਂਟ। ਮਤਲਬ ਇਹ 'ਚੋਂ ਮੈਂ ਮੇਰੇ ਅਕੋਰਡਿੰਗਲੀ ਇਹ 'ਚੋਂ 20% ਤੋਂ ਪੁੱਛਣਗੇ। ਵਟ ਇਜ਼ ਅ ਪਾਈਵਟ ਟੇਬਲ, ਚਾਰਟਸ ਕੀ ਨੇ, ਵਿਜ਼ੂਅਲਾਈਜੇਸ਼ਨ ਕੀ ਹੈ, ਫੰਕਸ਼ਨਸ ਕਿਹਦੇ ਅਸੀਂ ਯੂਜ਼ ਕਰਦੇ ਹਾਂ, ਵੀ ਲੁਕਅਪ ਕੀ ਚੀਜ਼ ਹੈ, ਸੌਰਟ ਕੀ ਹੁੰਦਾ ਹੈ, ਡੇਟਾ ਕੀ ਹੁੰਦਾ ਹੈ, ਡੇਟ ਕੀ ਹੁੰਦੀ ਹੈ, ਸਟ੍ਰਿੰਗ ਕੀ ਹੁੰਦੀ ਹੈ, ਐਗਰੀਗੇਟ ਫੰਕਸ਼ਨਸ ਕੀ ਹੁੰਦੇ ਨੇ। ਦੈਨ ਸਾਡੇ ਕੋਲ ਪਾਈਥਨ, ਅਗੇਨ ਮੈਂ ਕਹਾਂ ਕਿ ਪਾਈਥਨ 'ਤੇ ਇੱਕ ਪੂਰਾ ਬੁੱਕ ਹੀ ਹੁੰਦੀ ਹੈ ਜੋ ਇਹਨਾਂ ਨੇ ਇੰਨੇ ਜਿਹੇ ਟੌਪਿਕਸ ਲਿਖਤਾ ਹੈ। ਸੋ ਓਬਵੀਅਸਲੀ ਇਹਨੂੰ ਕਰਾਉਣ ਦਾ ਵੀ ਤਰੀਕਾ ਹੋਏਗਾ। ਸੋ ਅਸੀਂ ਇਸ 'ਚ ਵੇਖਾਂਗੇ ਕਿ ਵੇਰੀਏਬਲਸ ਕੀ ਨੇ, ਕੀ ਟਾਈਪਸ ਨੇ, ਡੇਟਾ ਟਾਈਪਸ ਕੀ ਹੁੰਦੇ ਨੇ, ਲੂਪਸ ਕੀ ਹੁੰਦੇ ਨੇ। ਹੁਣ ਤੁਸੀਂ ਵੇਖ ਰਹੇ ਹੋਗੇ ਕਿ ਲਿਸਟ ਹੈਗੀ ਆ, ਟਪਲ ਆ, ਸੈਟ ਆ, ਡਿਕਸ਼ਨਰੀ ਆ, ਇੱਕ ਚੀਜ਼ ਦਾ ਇੱਕ ਚੈਪਟਰ ਆ। ਸੋ ਆਈ ਵਿਲ ਟੀਚ
अ वेरी इंपॉर्टेंट पार्ट ऑफ ईच। ठीक है। सो पांडा एक पूरा फ्रेमवर्क है, ਇਹਦਾ ਇੱਕ ਅਲੱਗ ਸਬਜੈਕਟ ਹੁੰਦਾ ਹੈ। ਫਿਰ CSV ਫਾਈਲਸ ਨੂੰ ਕਿਵੇਂ ਰੀਡ ਕਰਨਾ ਹੈ ਤੇ ਰਾਈਟ ਕਿਵੇਂ ਕਰਨਾ ਅਸੀਂ ਪਾਂਡਾ ਦੇ ਵਿੱਚ ਇਨ ਪਾਈਥਨ। ਠੀਕ ਹੈ, ਸਮਝ ਆ ਗਈ। ਸੋ ਪਾਈਥਨ ਅਸੀਂ ਕਿਉਂ ਯੂਜ਼ ਕਰਦੇ ਹਾਂ ਜਾਂ ਪਾਂਡਾ ਅਸੀਂ ਕਿਉਂ ਯੂਜ਼ ਕਰਦੇ ਹਾਂ ਡੇਟਾ ਐਨਾਲਿਟਿਕਸ ਦੇ ਲਈ। ਸੋ ਟੌਪਿਕ ਦਾ ਨਾਮ ਕੀ ਹੈ, ਡੇਟਾ ਐਨਾਲਿਟਿਕਸ। ਦੈਨ ਅਸੀਂ ਵੇਖਾਂਗੇ MIS ਰਿਪੋਰਟਸ ਕੀ ਹੁੰਦੀਆਂ ਨੇ। MIS ਮਤਲਬ ਕੰਪਨੀਜ਼ 'ਚ ਯੂਜ਼ ਹੁੰਦੀਆਂ ਨੇ ਜਿਹੜੀਆਂ ਕਿ ਇਨਫੋਰਮੇਸ਼ਨ ਵਗੈਰਾ ਐਕਸਟਰੈਕਟ ਕਰਕੇ ਉਹ ਅਸੀਂ ਦਿਖਾਉਂਦੇ ਹਾਂ। ਜਿਵੇਂ ਆ ਲਿਖਿਆ ਇਹਨਾਂ ਨੇ ਐਕਸਟਰੈਕਟ ਟਰਾਂਸਫਾਰਮ ਤੇ ਲੋਡ। ਦੈਨ MIS ਦਾ ਡੇਟਾਬੇਸ ਕਿਵੇਂ ਬਣਦਾ, ਰਿਪੋਰਟਸ ਕੀ ਬਣਦੀਆਂ ਨੇ, ਕਿਵੇਂ ਬਣਾਉਂਦੇ ਆ। ਠੀਕ ਹੈ, ਇਹ ਤੁਹਾਡਾ ਪੂਰਾ ਟੌਪਿਕ ਕੰਪਲੀਟ ਹੋਏਗਾ। ਠੀਕ ਹੈ, ਬਸ ਟਰਸਟ ਕਰਿਓ, ਸ਼ੇਅਰ ਕਰਿਓ ਫਰੈਂਡਸ ਦੇ ਨਾਲ, ਫੋਲੋ ਕਰਿਓ, ਸਬਸਕ੍ਰਾਈਬ ਕਰਿਓ। ਕੋਈ ਵੀ ਕੁਐਰੀ ਹੈ ਕਮੈਂਟ ਕਰ ਦਿਓ, ਮੈਂ ਤੁਹਾਨੂੰ ਦੱਸ ਦੂੰਗਾ ਉਹਦੇ ਬਾਰੇ। ਅਗਲਾ ਟੌਪਿਕ ਜੋ ਤੁਹਾਨੂੰ ਮੈਂ ਕਰਵਾਉਂਗਾ, ਅਗਲਾ ਸਬਜੈਕਟ ਮੰਨ ਲਈਏ ਪ੍ਰੋਗਰਾਮਿੰਗ। ਸੋ ਅਗਲਾ ਟੌਪਿਕ ਹੋਗਾ ਸਾਡਾ ਪ੍ਰੋਗਰਾਮਿੰਗ ਐਂਡ ਕੋਡਿੰਗ। ਸੋ ਮੈਂ ਇਹਨਾਂ ਦੋਨਾਂ ਦੀ ਨਾ ਅਲੱਗ-ਅਲੱਗ ਪਲੇਲਿਸਟਸ ਬਣਾਉਂਗਾ, ਤੁਸੀਂ ਉਹਦੇ ਅਕੋਰਡਿੰਗਲੀ ਰੈਫਰ ਕਰਿਓ, ਨਹੀਂ ਤਾਂ ਕਨਫਿਊਜ਼ ਹੋ ਜਾਓਗੇ। ਕਿਉਂਕਿ ਪਰਸਨਲੀ ਬਹੁਤ ਇੰਸਟੀਚਿਊਟਸ ਦਾ ਵੇਖਿਆ ਹੈ, ਉਹ ਕੀ ਕਰਦੇ ਆ ਕਿ ਇੱਕ ਹੀ ਉਹਨਾਂ ਦਾ ਚੈਨਲ ਹੁੰਦਾ ਹੈ, ਉਹ 'ਚ ਹੀ ਪਾਈ ਜਾਂਦੇ ਸਭ ਕੁਛ, ਜੋ ਕਿ ਸਟੂਡੈਂਟਸ ਲਈ ਬਹੁਤ ਹੈਕਟਿਕ ਹੋ ਜਾਂਦਾ ਹੈ ਕਿ ਸਮਝ ਨਹੀਂ ਪਾਉਂਦੇ ਕਿ ਕਰਨਾ ਕੀ ਹੈ, ਮਤਲਬ ਪਤਾ ਹੀ ਨਹੀਂ ਲੱਗਦਾ ਕਿ ਫਲੋ ਕੀ ਬਣਦਾ ਪਿਆ। ਫਿਰ ਇਹਦੇ ਵਿੱਚ ਅਸੀਂ ਵੇਖਾਂਗੇ ਕਿ ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਕੀ ਹੈ। ਅਗੇਨ ਪੂਰਾ ਇੱਕ ਚੈਪਟਰ ਹੁੰਦਾ, ਉਹ ਸਬਜੈਕਟ ਹੁੰਦਾ ਇਹਦੇ ਉੱਤੇ, ਬਟ ਕੋਈ ਨਹੀਂ, ਆਈ ਵਿਲ ਟੀਚ ਯੂ ਇਨ ਅ ਵੈਰੀ ਬੈਸਟ ਵੇ। ਸੋ ਆਬਜੈਕਟ ਕੀ ਹੁੰਦਾ ਹੈ, ਕੰਸਟਰਕਟਰ ਕੀ ਹੁੰਦਾ ਹੈ, ਇਨਹੈਰੀਟੈਂਸ ਕੀ ਹੁੰਦਾ ਹੈ, ਪੋਲੀਮੋਰਫਿਜ਼ਮ ਕੀ ਹੁੰਦਾ ਹੈ। ਪੋਲੀਮੋਰਫਿਜ਼ਮ ਟਾਈਪਸ ਹੁੰਦੀਆਂ ਨੇ। ਦੈਨ ਸਟੈਟਿਕ ਪੋਲੀਮੋਰਫਿਜ਼ਮ, ਡਾਇਨਾਮਿਕ ਰਨ ਟਾਈਮ ਪੋਲੀਮੋਰਫਿਜ਼ਮ। ਠੀਕ ਹੈ, ਕੰਪਾਈਲ ਟਾਈਮ ਇਸ ਤਰ੍ਹਾਂ ਕੁਛ। ਓਵਰਲੋਡਿੰਗ ਕੀ ਹੁੰਦੀ ਆ, ਓਵਰਰਾਈਡਿੰਗ ਕੀ ਹੁੰਦੀ ਆ। ਸੋ ਇਹ ਸਭ ਕੁਛ ਉਹਦੇ ਨਾਲ ਰਿਲੇਟਿਡ ਆ। ਐਬਸਟਰੈਕਸ਼ਨ ਕੀ ਹੈ, ਇੰਟਰਫੇਸ ਕੀ ਹੈ, ਇਨਕੈਪਸੂਲੇਸ਼ਨ ਕੀ ਹੈ। ਫਿਰ ਸਾਡੇ ਕੋਲ ਵੇਰੀਏਬਲ, ਜੋ ਕਿ ਤੁਹਾਡੇ ਪਾਈਥਨ ਦੇ ਸਿਲੇਬਸ ਦੇ ਵਿੱਚ ਬਸ ਇਹ ਲਿਖਿਆ ਹੈ ਨਾ, ਵਟ ਇਜ਼ ਪਾਈਥਨ ਵੇਰੀਏਬਲ। ਸੋ ਇਹ 'ਚ ਇੱਕ ਇੱਕ ਚੀਜ਼ ਹੋਏਗੀ ਤੁਹਾਡੀ, ਬਾਈਟ, ਸ਼ਾਰਟ, ਇੰਟੀਜਰ, ਲੌਂਗ, ਫਲੋਟ, ਡਬਲ ਕਰੈਕਟਰ। ਇੱਕ ਇੱਕ ਚੀਜ਼ ਦਾ ਇੱਕ ਇੱਕ ਟੌਪਿਕ ਹੋਏਗਾ। ਸਟ੍ਰਿੰਗ ਬਫਰ ਕੀ ਹੁੰਦਾ ਹੈ, ਸਿੰਗਲ ਡਾਇਮੈਂਸ਼ਨਲ ਐਰੇ, ਮਲਟੀ ਡਾਇਮੈਂਸ਼ਨਲ ਐਰੇ, ਐਕਸੈਪਸ਼ਨ ਹੈਂਡਲਿੰਗ, ਪੂਰਾ ਇੱਕ ਚੈਪਟਰ। ਟਰਾਈ ਕੈਚ ਫਾਈਨਲੀ ਲਿਖਣ 'ਚ ਇਹਨਾਂ ਨੇ ਨਾ ਇਹ ਲਿਖਤਾ ਵਾ, ਲੇਕਿਨ ਇਹ 'ਚ ਬਹੁਤ ਸਾਰੀ ਪ੍ਰੋਬਲਮਸ ਆਉਂਦੀਆਂ ਨੇ, ਅਸੀਂ ਇੱਕ ਇੱਕ ਕਰਾਂਗੇ MCQ। ਮਲਟੀ ਥਰੈਡਿੰਗ ਦੇ ਵਿੱਚ ਵੇਖਾਂਗੇ ਥਰੈਡ ਕਿਵੇਂ ਬਣਦੀ ਹੈ, ਉਹਦਾ ਲਾਈਫ ਸਾਈਕਲ ਕੀ ਹੈ, ਕਿਹਦੇ ਕਿਹਦੇ ਮੈਥਡਸ ਯੂਜ਼ ਹੁੰਦੇ ਨੇ, ਤੇ ਸਿੰਕਰੋਨਾਈਜੇਸ਼ਨ ਕੀ ਹੁੰਦੀ ਆ। ਠੀਕ ਹੈ, ਇਹ ਬਹੁਤ ਇੰਪੋਰਟੈਂਟ ਟੌਪਿਕ ਆ, ਯੂ ਸ਼ੁੱਡ ਡੂ। ਸਵਿੰਗਸ ਨੇ ਸਾਡੇ ਕੋਲ, ਵਟ ਇਜ਼ ਦ ਡਿਫਰੈਂਸ ਬਿਟਵੀਨ AWT, ਵਟ ਇਜ਼ ਦ ਡਿਫਰੈਂਸ ਬਿਟਵੀਨ AWT ਐਂਡ ਸਵਿੰਗ, ਉਹਦੀ ਹਾਇਰਾਰਕੀ, ਪੇਨਸ ਕੀ ਹੁੰਦੀਆਂ ਨੇ, ਡਿਫਰੈਂਟ ਡਿਫਰੈਂਟ ਕੰਪੋਨੈਂਟਸ ਨੇ, ਤੁਹਾਨੂੰ ਮੈਂ ਸਾਰੇ ਕਰਵਾਉਂਗਾ। ਦੈਨ J2EE ਕੰਟੇਨਰ ਕੀ ਹੁੰਦਾ ਹੈ ਸਾਡੇ ਕੋਲ, ਜਿਵੇਂ ਟੋਮਕੈਟ ਕੀ ਹੁੰਦਾ ਹੈ, JPOS ਕੀ ਹੁੰਦਾ ਹੈ। ਫਿਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਵੈਬ ਸਰਵਰ ਤੇ ਐਪਲੀਕੇਸ਼ਨ ਸਰਵਰ 'ਚ ਡਿਫਰੈਂਸ ਕੀ ਹੈ। ਇੰਸਟਾਲ ਕਿਵੇਂ ਕਰਨਾ ਹੈ, ਕਨਫੀਗਰੇਸ਼ਨ ਕਿਵੇਂ ਕਰਨੀ ਹੈ, ਬਟ ਆਈ ਡੋਂਟ ਥਿੰਕ ਕਿ ਇੰਨਾ ਕੁਛ ਪੁੱਛਣਗੇ, ਬੇਸਿਕ ਹੀ ਪੁੱਛਣਗੇ ਇਹਦੇ 'ਚੋਂ। ਹਾਂ, ਅਗਲਾ ਟੌਪਿਕ ਬਹੁਤ ਇੰਪੋਰਟੈਂਟ ਆ, SQL। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ SQL ਦੀ ਜੁਆਇਨਸ ਕੀ ਨੇ। ਇਹ ਤੁਹਾਡਾ ਓਬਵੀਅਸਲੀ ਉਹਦੇ ਨਾਲ ਓਵਰਰਾਈਡ ਹੋ ਗਿਆ, ਸੋ ਤੁਹਾਡੀ ਤੇ ਪ੍ਰੋਬਲਮ ਸਹੀ ਹੋ ਗਈ। ਇਹ ਥੋੜਾ ਨਵਾਂ ਟੌਪਿਕ ਆ। JDBC ਕੀ ਹੁੰਦਾ ਹੈ, ਡਰਾਈਵਰਸ ਕੀ ਹੁੰਦੇ ਨੇ, ਪ੍ਰੀਪੇਅਰਡ ਸਟੇਟਮੈਂਟ ਕੀ ਹੁੰਦੀ ਹੈ, ਆ ਵੀ ਬੜਾ ਇੰਪੋਰਟੈਂਟ ਟੌਪਿਕ ਹੈ। HTTP ਸੈਸ਼ਨ, ਕੁਕੀਜ਼ ਕੀ ਹੁੰਦੀਆਂ ਨੇ, URL ਰੀਰਾਈਟਿੰਗ ਕੀ ਹੁੰਦੀ ਹੈ, ਹਿਡਨ ਫਾਰਮ ਫੀਲਡਸ ਕੀ ਹੁੰਦੀਆਂ ਨੇ, ਫਿਲਟਰ ਕੀ ਹੁੰਦੇ ਆ, ਲਿਸਨਰ, ਵੈਬ ਸਿਕਿਉਰਿਟੀ। ਐਂਡ ਵੈਰੀ ਵੈਰੀ ਇੰਪੋਰਟੈਂਟ ਟੌਪਿਕ ਸਪਰਿੰਗ ਬੂਟ। ਹੁਣ ਸਪਰਿੰਗ ਬੂਟ ਦੀ ਤੁਹਾਨੂੰ ਮੈਂ ਗੱਲ ਦੱਸਾਂ ਤੇ ਇਹ ਤੇ ਮੈਂ ਕਹਿੰਦਾ ਇੱਕ ਨਵਾਂ ਫਰੇਮਵਰਕ ਆ, ਜਿੰਨਾ ਮਰਜ਼ੀ ਕਰ ਲਓ ਇਹ ਨਹੀਂ ਖਤਮ ਹੁੰਦਾ। ਸੋ ਸਿੰਪਲ ਇਹੀ ਹੈ ਕਿ ਤੁਹਾਨੂੰ ਇੰਪੋਰਟੈਂਟ ਚੀਜ਼ਾਂ ਕਰਵਾਈਆਂ ਜਾਣਗੀਆਂ, ਬੇਸਿਕਸ ਕਰਵਾਏ ਜਾਣਗੇ ਇਹਦੇ ਵਿੱਚ, ਜੋ ਮੇ ਵੀ ਐਗਜ਼ਾਮਸ 'ਚ ਆ ਜਾਣ। ਐਂਡ ਐਂਡਰੋਇਡ ਪ੍ਰੋਗਰਾਮਿੰਗ, ਮਤਲਬ ਇਹਨਾਂ ਨੂੰ ਇੱਕ ਤਰ੍ਹਾਂ ਦਾ ਸਮਝ ਲਓ ਕਿ ਫੁੱਲ ਇੰਜੀਨੀਅਰ ਚਾਹੀਦਾ ਹੈ, ਜਿਹਨੂੰ ਸਭ ਕੁਛ ਆਉਣਾ ਚਾਹੀਦਾ ਹੈ। ਹੁਣ ਵੇਖਦੇ ਐਗਜ਼ਾਮ ਦਾ ਲੈਵਲ ਕੀ ਹੋਏਗਾ, ਬਟ ਅਸੀਂ ਟਰਾਈ ਕਰਾਂਗੇ ਕਿ ਤੁਹਾਡਾ ਸਿਲੇਬਸ ਕੰਪਲੀਟ ਹੋ ਜਾਏ। ਠੀਕ ਹੈ, ਸੋ ਤੁਸੀਂ ਸਪੋਰਟ ਕਰਨਾ ਹੈ, ਕੌਨਫੀਡੈਂਟ ਰਹਿਣਾ ਹੈ, ਕੰਸਿਸਟੈਂਟ ਰਹਿਣਾ ਹੈ। ਮੈਂ ਇਸ ਕਰਕੇ ਹੁਣੇ ਚਾਲੂ ਕੀਤਾ ਹੈ ਕਿ ਤੁਹਾਡੇ ਮਾਈਂਡ 'ਚ ਰਹੇਗਾ, ਤੁਸੀਂ ਹੁਣੇ ਪੜ੍ਹੋਗੇ ਅਤੇ ਤੁਸੀਂ ਬਸ ਸੁਣਨ 'ਤੇ ਫੋਕਸ ਕਰਨਾ, ਯਾਰ ਲਿਖਿਓ ਨਾ, ਸੁਣਨ 'ਤੇ ਫੋਕਸ ਕਰਿਓ, ਅਤੇ ਤੁਹਾਡੇ ਮਾਈਂਡ 'ਚ ਆਪਣੇ ਰਹਿਣਾ। 2-3 ਵਾਰੀ ਵੀਡੀਓ ਰਿਪੀਟ ਕਰ ਲਿਓ ਤਾਂ ਐਗਜ਼ਾਮ 'ਚ ਚੱਲ ਜਿਓ, ਬਸ ਇਸ ਤਰ੍ਹਾਂ ਹੀ। ਅਤੇ ਮੇਰੇ ਅਕੋਰਡਿੰਗਲੀ ਹੋ ਹੀ ਜਾਊਗਾ, ਮਤਲਬ ਵਿੱਚ ਕੀ ਰੱਟਾ ਮਾਰੋਗੇ, ਸਮਝ ਨਾ ਆਏ ਮੇਰੇ 'ਤੇ। ਠੀਕ ਹੈ, ਅਤੇ ਤੁਹਾਨੂੰ ਕਰਾਉਣ ਦਾ ਤਰੀਕਾ ਹੋਏਗਾ ਕਿ ਮੈਂ ਤੁਹਾਨੂੰ ਕੋਈ ਇਸ ਤਰ੍ਹਾਂ PPT ਵਗੈਰਾ ਤਾਂ ਨਹੀਂ ਤੁਹਾਨੂੰ ਬਣਾਉਂਗਾ, ਤੁਹਾਨੂੰ ਮੈਂ ਔਨਲਾਈਨ ਰਿਸੋਰਸਿਸ ਦੱਸੂੰਗਾ ਤਾਂ ਉਹਦੇ ਵਿੱਚ ਪੜ੍ਹਾਉਂਗਾ, ਕਿਉਂਕਿ ਟਾਈਮ ਬਹੁਤ ਘੱਟ ਆ। ਹੁਣ ਇੱਕ ਮੈਂ PPT ਬਣਾਉਣ ਲੱਗ ਪਿਆ ਅਤੇ ਫਿਰ ਸਮਝੋ ਕਿ 2-3 ਮਹੀਨੇ ਲੱਗ ਜਾਣੇ ਆ। ਸੋ ਸਿਲੇਬਸ ਕੰਪਲੀਟ ਕਰਾਉਣਾ ਅਸੀਂ ਜਲਦੀ ਜਲਦੀ। ਸੋ ਤੁਹਾਨੂੰ ਮੈਂ ਉਹ ਚੀਜ਼ ਕਰਵਾਉਂਗਾ ਜੋ ਤੁਹਾਡੇ ਐਗਜ਼ਾਮਸ 'ਚ ਬਹੁਤ ਜ਼ਿਆਦਾ ਰੈਲੇਵੈਂਟ ਹੈ। ਠੀਕ ਹੈ, ਆਈ ਹੋਪ ਤੁਸੀਂ ਸਮਝ ਰਹੇ ਹੋ। ਸੋ ਥੈਂਕ ਯੂ ਐਵਰੀਵਨ, ਲਾਈਕ ਸਟੇ ਟਿਊਨਡ ਵਿਦ ਕਰਨ ਅਕੈਡਮੀ ਐਂਡ ਟਰਸਟ ਕਰੋ, ਐਵਰੀਥਿੰਗ ਵੀ ਵੈਲ, ਐਵਰੀਥਿੰਗ ਵੀ ਗੁੱਡ। ਐਂਡ ਫਿਊਚਰ ਦੇ ਵਿੱਚ ਜਿੰਨੇ ਵੀ ਐਗਜ਼ਾਮਸ ਆਉਣਗੇ ਤੁਹਾਡਾ ਸਾਰਾ ਸਿਲੇਬਸ ਕੰਪਲੀਟ ਕਰਵਾਇਆ ਜਾਏਗਾ। ਐਂਡ ਅਸੀਂ ਮੌਕ ਟੈਸਟ ਕਰਾਂਗੇ, ਐਂਡ ਮੈਨੀ ਮੋਰ ਚੀਜ਼ਾਂ। ਠੀਕ ਹੈ, ਤੁਹਾਡੇ ਟੈਸਟ ਐਨਾਲਿਸਿਸ ਕਰਾਂਗੇ, ਐਗਜ਼ਾਮਸ ਹੋਣਗੇ ਉਹਨੂੰ ਐਨਾਲਾਈਜ਼ ਕਰਾਂਗੇ, ਆਂਸਰ ਕੀਜ਼ ਵੇਖਾਂਗੇ, ਕੀ ਤੁਸੀਂ ਛੱਡਿਆ, ਕੀ ਮਿਸ ਕੀਤਾ। ਸੋ ਸਭ ਕੁਛ ਹੋਵੇਗਾ ਵਿੱਚ। ਠੀਕ ਹੈ, ਸੋ ਥੈਂਕ ਯੂ, ਸਟੇ ਟਿਊਨਡ ਐਂਡ ਆਲ ਦਾ ਬੈਸਟ।